हाँ जी, सत श्री अकाल जी। मैं एकजोत द वीज़ा इंजीनियर्स तो ਅੱਜ ਫਿਰ ਉਹੀ ਸੇਮ ਟੌਪਿਕ ਸੇਮ ਚੀਜ਼ ਦੁਬਾਰਾ ਲੈ ਕੇ ਆਏ ਆ ਕਿਊਬੈਕ ਰਿਜ਼ਲਟਸ ਨੂੰ ਲੈ ਕੇ। ਵੈਲ ਮੋਸਟ ਆਫ ਦਾ ਜਿਹੜੀਆਂ ਅੱਜ ਦੀ ਡੇਟ ਦੇ ਵਿੱਚ ਕੁਐਰੀਜ਼ ਆਉਂਦੀਆਂ ਨੇ, ਸਾਨੂੰ ਜਿਹੜੇ ਸਵਾਲ ਆਉਂਦੇ ਨੇ ਜ਼ਿਆਦਾ ਤੋਂ ਜ਼ਿਆਦਾ ਇਹੀ ਹੁੰਦੀਆਂ ਨੇ ਕਿ ਕਿਊਬੈਕ ਦੇ ਰਿਜ਼ਲਟਸ ਕਦੋਂ ਆਉਣਗੇ। ਵੈਲ ਇਹਦੇ ਬਾਰੇ ਆਈ ਥਿੰਕ ਕੋਈ ਵੀ ਏਜੰਟ ਵੀ ਜਿਹੜਾ ਤੁਹਾਨੂੰ ਐਕੂਰੇਟ ਟਾਈਮ ਫਰੇਮ ਤਾਂ ਬਿਲਕੁਲ ਨਹੀਂ ਦੇ ਸਕਦਾ, ਕਿਉਂਕਿ ਕਿਸੇ ਨੂੰ ਵੀ ਇਹ ਚੀਜ਼ ਪਤਾ ਨਹੀਂ ਹੈਗੀ ਕਿ ਜਿਹੜੇ ਕਿਊਬੈਕ ਦੇ ਰਿਜ਼ਲਟਸ ਆ ਉਹ ਆਊਟ ਕਦੋਂ ਹੋਣਗੇ ਜਾਂ ਕਦੋਂ ਉਹ ਆਉਣੇ ਸਟਾਰਟ ਹੋਣਗੇ। ਵੈਲ ਸਾਰੇ ਅਜ਼ੰਪਸ਼ਨਸ ਲਾ ਰਹੇ ਨੇ, ਸਿਰਫ ਇੱਕ ਉਮੀਦ ਹੈਗੀ ਹੈ ਕਿ ਜਲਦੀ ਆਉਣਗੇ ਰਿਜ਼ਲਟਸ, ਔਰ ਅਨੁਮਾਨ ਹੀ ਆਪਾਂ ਲਾ ਸਕਦੇ ਹਾਂ ਜੋ ਐਮਬੈਸੀ ਵੱਲੋਂ ਟਵੀਟ ਕੀਤੇ ਗਏ ਸੀ ਲਾਸਟ, ਜਾਂ ਜੋ ਇਹ ਟੋਟਲ ਸਿਨੈਰੀਓ ਨੂੰ ਦੇਖ ਕੇ ਆਪਾਂ ਇੱਕ ਅਜ਼ਿਊਮ ਕਰ ਸਕਦੇ ਹਾਂ ਚੀਜ਼ਾਂ, ਤਾਂ ਉਹ ਇਹੀ ਅਨੁਮਾਨ ਲਾਇਆ ਜਾ ਸਕਦਾ ਕਿ ਜਿਹੜੇ ਰਿਜ਼ਲਟਸ ਹੈਗੇ ਨੇ ਉਹ ਬਹੁਤ ਜਲਦ ਐਕਸਪੈਕਟਡ ਹੈਗੇ ਨੇ, ਆਊਟ ਹੋਣ ਦੀ ਉਮੀਦ ਹੈਗੀ ਹੈ। ਪਰ ਫਿਰ ਵੀ ਰਿਜ਼ਲਟਸ ਦੇ ਨਾਲ ਨਾਲ ਮੈਂ ਇੱਕ ਹੋਰ ਚੀਜ਼, ਇੱਕ ਸੁਜੈਸ਼ਨ ਜਾਂ ਕਹਿ ਲਓ ਇੱਕ ਰਿਕੁਐਸਟ ਕਰਨੀ ਚਾਹੁੰਦਾ ਸਟੂਡੈਂਟਸ ਨੂੰ ਕਿ ਹੁਣ ਸਟੂਡੈਂਟਸ ਦੇ ਜਿਹੜੇ ਸਬਰਾਂ ਦੇ ਬੰਨ ਹੈਗੇ ਨੇ ਉਹ ਬਿਲਕੁਲ ਟੁੱਟ ਚੁੱਕੇ ਨੇ, ਉਹ ਸਬਰ ਨਹੀਂ ਕਰ ਸਕਦੇ। ਆਈ ਨੋ ਕਿ ਬਹੁਤ ਲੰਬੇ ਟਾਈਮ ਤੋਂ ਸਟੂਡੈਂਟਸ ਵੇਟ ਕਰ ਰਹੇ ਨੇ, ਔਰ ਜੇ ਦੇਖਿਆ ਜਾਵੇ ਤਾਂ ਸਟੂਡੈਂਟਸ ਦੀ ਵੀ ਕੋਈ ਗਲਤੀ ਨਹੀਂ ਹੈਗੀ ਇਹਦੇ ਵਿੱਚ। ਵੈਲ ਗਲਤੀ ਤਾਂ ਮੈਨੂੰ ਪਤਾ ਨਹੀਂ ਹੈਗਾ ਕਿਹਦੀ ਹੈਗੀ ਹੈ ਇਹਦੇ ਵਿੱਚ, ਬਟ ਹੁਣ ਇਹਦੇ ਵਿੱਚ ਜੇ ਕਾਲਜਸ ਦੇ ਪੱਖੋਂ ਆਪਾਂ ਉਸ ਪੱਖ ਤੋਂ ਸੋਚ ਕੇ ਦੇਖੀਏ ਤਾਂ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਹੈਗੀ, ਜਾਂ ਮੇਬੀ ਕੁਝ ਗਲਤੀ ਹੋਈ ਹੈ ਕਿਸੇ ਵੱਲੋਂ। ਉਹ ਕਿੱਦਾਂ ਗਲਤੀ ਹੋਈ ਆ ਉਹ ਅਜੇ ਤੱਕ ਕੁਝ ਵੀ ਆਊਟ ਨਹੀਂ ਹੈਗਾ, ਉਹ ਚੀਜ਼ ਬਾਹਰ ਆਊਗੀ ਜ਼ਰੂਰ, ਬਟ ਉਹਨੂੰ ਟਾਈਮ ਸ਼ਾਇਦ ਲੱਗ ਸਕਦਾ ਹੈ। ਬਟ ਰਿਜ਼ਲਟਸ ਦੀ ਆਪਾਂ ਜਿਹੜੀ ਆ ਉਹ ਜਲਦੀ ਉਮੀਦ ਕਰ ਰਹੇ ਹਾਂ, ਔਰ ਮੈਨੂੰ ਬਹੁਤ ਉਮੀਦ ਹੈਗੀ ਹੈ ਕਿ ਜਿਹੜੇ ਫਸਟ ਜਾਂ ਸੈਕਿੰਡ ਵੀਕ ਆਫ ਮਈ ਦੇ ਵਿੱਚ ਰਿਜ਼ਲਟਸ ਆਊਟ ਹੋਣ ਦੀ ਬਹੁਤ ਉਮੀਦ ਹੈਗੀ ਹੈ। ਨਾਲ ਦੀ ਨਾਲ ਹੁਣ ਗੱਲ ਕਰਦੇ ਹਾਂ, ਮੋਸਟ ਆਫ ਦਾ ਸਟੂਡੈਂਟਸ ਕਹਿੰਦੇ ਹੈਗੇ ਆ ਕਿ ਅਸੀਂ ਵੇਟ ਬਿਲਕੁਲ ਨਹੀਂ ਕਰਨਾ ਹੈਗਾ, ਹੁਣ ਸਾਡੇ ਕੋਲ ਜਿਹੜਾ ਵੇਟ ਨਹੀਂ ਹੋ ਰਿਹਾ, ਕਿਉਂਕਿ ਆਲੇ ਦੁਆਲੇ ਹੁਣ ਜੇ ਗੱਲ ਕਰੀਏ ਕਾਫੀ ਏਜੰਟਸ ਹੈਗੇ ਨੇ ਜਾਂ ਕੰਸਲਟੈਂਟਸ ਹੈਗੇ ਨੇ ਜਿਹੜੇ ਅਕਸਰ ਹੀ ਇਹ ਪੋਸਟ ਜਿਹੜੀਆਂ ਲੋਕਾਂ ਤੱਕ ਡਿਲੀਵਰ ਹੋ ਰਹੀਆਂ, ਹੁਣ ਜਿਹੜੇ ਮੈਂ ਦੇਖ ਰਿਹਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜਾਂ ਸੋਸ਼ਲ ਜਿਹੜੀਆਂ ਵੀ ਵੈਬਸਾਈਟਸ ਹੈਗੀਆਂ ਨੇ ਉਹਨਾਂ ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਪਹੁੰਚ ਰਹੀਆਂ ਹੈਗੀਆਂ ਚੀਜ਼ਾਂ ਕਿ ਤੁਹਾਨੂੰ ਵੇਟ ਨਹੀਂ ਕਰਨੀ ਚਾਹੀਦੀ, ਔਰ ਤੁਹਾਨੂੰ ਡਾਇਰੈਕਟਲੀ ਆਪਣੇ ਜਿਹੜੇ ਇੰਸਟੀਟਿਊਸ਼ਨ 'ਚ ਜਿਹੜੇ 'ਚ ਵੀ ਤੁਸੀਂ ਦਾਖਲਾ ਲਿਆ ਹੋਇਆ ਉੱਥੋਂ ਰਿਫੰਡ ਪਾਉਣਾ ਚਾਹੀਦਾ, ਔਰ ਤੁਹਾਨੂੰ ਆਪਣਾ DLI ਜਿਹੜਾ ਉਹ ਚੇਂਜ ਕਰਨਾ ਚਾਹੀਦਾ। ਮੀਨਸ ਕਿ ਆਪਾਂ ਤੁਹਾਨੂੰ ਕਿਸੇ ਹੋਰ ਇੰਸਟੀਟਿਊਸ਼ਨ ਤੋਂ ਕਿਸੇ ਤੋਂ LOA ਆਪਣਾ ਲੈ ਕੇ ਵੈਬ ਫਾਰਮ ਦੇ ਰਾਹੀਂ ਹਾਈ ਕਮਿਸ਼ਨ ਨੂੰ ਜਿਹੜਾ ਹੈ ਉਹ ਵੈਬ ਫਾਰਮ ਸਬਮਿਟ ਕਰਨਾ ਚਾਹੀਦਾ ਦੈਟ ਯੂ ਆਰ ਚੇਂਜਿੰਗ ਯੋਰ DLI। ਬਟ ਫਸਟ ਆਫ ਆਲ ਜਿਹੜੀ ਸਭ ਤੋਂ ਨੈਸੈਸਰੀ ਔਰ ਜ਼ਰੂਰੀ ਚੀਜ਼ ਹੈਗੀ ਆ, ਇਹ ਤਾਂ ਜ਼ਰੂਰ ਸਾਰਿਆਂ ਤੱਕ ਡਿਲੀਵਰ ਹੋ ਰਿਹਾ ਕਿ DLI ਜਿਹੜਾ ਆ ਉਹ ਚੇਂਜ ਕਰਨਾ ਚਾਹੀਦਾ। ਸ਼ਾਇਦ ਇਹ ਚੀਜ਼ ਚੰਗੀ ਵੀ ਹੈਗੀ ਆ ਜੇ ਆਪਾਂ ਕਿਸੇ ਪੱਖ ਤੋਂ ਸੋਚ ਕੇ ਦੇਖੀਏ, ਕਿਉਂਕਿ ਸਟੂਡੈਂਟਸ ਬਹੁਤ ਲੰਬੇ ਟਾਈਮ ਤੋਂ ਵੇਟ ਕਰ ਰਹੇ। ਬਟ ਸਭ ਤੋਂ ਪਹਿਲਾਂ ਮੈਂ ਸਟੂਡੈਂਟਸ ਨੂੰ ਰਿਕੁਐਸਟ ਕਰਦਾ ਕਿ ਉਹ ਜਿਹੜੇ ਕਾਲਜਸ ਵਿੱਚ ਉਹਨਾਂ ਨੇ ਦਾਖਲੇ ਲਏ ਹੋਏ ਆ, ਜਿਹੜੇ ਇੰਸਟੀਟਿਊਸ਼ਨਸ ਵਿੱਚ ਤੁਸੀਂ ਅਪਲਾਈ ਕੀਤਾ ਹੋਇਆ ਹੈ ਕਿਊਬੈਕ ਦੇ ਵਿੱਚ, ਉਹਨਾਂ ਦੀਆਂ ਰਿਫੰਡ ਪਾਲਿਸੀਜ਼ ਬਾਰੇ ਤੁਸੀਂ ਪੜ੍ਹਿਆ ਹੈਗਾ ਸਾਰੇ ਸਟੂਡੈਂਟਸ ਨੇ। ਮੈਂ ਨਹੀਂ ਚਾਹੁੰਦਾ ਕਿ ਇੰਨਾ ਸਮਾਂ ਵੇਟ ਕਰਨ ਤੋਂ ਬਾਅਦ ਬਿਨਾਂ ਰਿਜ਼ਲਟ ਲਏ ਤੁਸੀਂ ਆਪਣਾ ਜਿਹੜਾ ਫਾਈਲ ਵਿਡਰਾਅ ਕਰੋ, ਔਰ ਉਹਦੇ ਵਿੱਚ ਵੀ ਤੁਹਾਨੂੰ ਫਾਈਨੈਂਸ਼ੀਅਲ ਲਾਸ ਦਾ ਜਿਹੜਾ ਸਾਹਮਣਾ ਕਰਨਾ ਪਵੇ। ਸਭ ਤੋਂ ਜ਼ਰੂਰੀ ਚੀਜ਼ ਹੈਗੀ ਹੈ, ਜਿਹੜੇ ਵੀ ਇੰਸਟੀਟਿਊਸ਼ਨ ਵਿੱਚ ਤੁਸੀਂ ਅਪਲਾਈ ਕੀਤਾ ਹੈ, ਪਹਿਲਾਂ ਤਾਂ ਆਪਣੇ ਏਜੰਟ ਨੂੰ ਸੰਪਰਕ ਕਰੋ ਜਾਂ ਆਪਣੇ ਕੰਸਲਟੈਂਟ ਨੂੰ, ਜਿਨ੍ਹਾਂ ਕੋਲ ਵੀ ਤੁਸੀਂ ਆਪਣਾ ਕੇਸ ਪ੍ਰੋਸੀਡ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਉਹਦੀ ਰਿਫੰਡ ਪਾਲਿਸੀ ਬਾਰੇ ਸਮਝੋ ਕਿ ਰਿਫੰਡ ਪਾਲਿਸੀ, ਕਿ ਜੇ ਤੁਸੀਂ ਆਪਣਾ ਕੇਸ ਵਿਡਰਾਅ ਕਰਦੇ ਹੋ, ਕੱਲ੍ਹ ਨੂੰ ਰਿਫੰਡ ਪਾਉਣੇ ਹੋ ਕਾਲਜ ਨੂੰ, ਤਾਂ ਤੁਹਾਨੂੰ ਕਿੰਨਾ ਫਾਈਨੈਂਸ਼ੀਅਲ ਲਾਸ ਜਿਹੜਾ ਹੈ ਉਹ ਹੋਣ ਵਾਲਾ ਹੈ। ਔਰ ਕਿਉਂਕਿ ਆਫਟਰ ਆਲ ਪੈਸੇ ਦੀ ਗੱਲ ਹੈਗੀ ਹੈ, ਔਰ ਮੈਂ ਨਹੀਂ ਚਾਹੁੰਦਾ ਕਿ ਇੱਕ ਕਿਸੇ ਦਾ ਸਿੰਗਲ ਪੈਨੀ ਵੀ ਜਿਹੜਾ ਹੈਗਾ ਇੰਨਾ ਲੰਬਾ ਸਮਾਂ ਤੁਸੀਂ ਵੇਟ ਵੀ ਕੀਤਾ ਹੈ ਔਰ ਐਟ ਐਂਡ ਆਫ ਦਾ ਡੇ ਤੁਹਾਡੇ ਹੱਥ ਵਿੱਚ ਰਿਜ਼ਲਟ ਵੀ ਨਾ ਹੋਵੇ, ਔਰ ਫਿਰ ਵੀ ਆਪਾਂ ਨੂੰ ਨੁਕਸਾਨ ਵੀ ਝੱਲਣਾ ਪਵੇ। ਇਹ ਮੈਨੂੰ ਨਹੀਂ ਲੱਗਦਾ ਇਹ ਚੀਜ਼ ਬਿਲਕੁਲ ਵੀ ਵਾਜਬ ਹੈਗੀ ਆ।
ਸੋ ਮੈਂ ਫਿਰ ਤੋਂ ਇਹ ਰਿਕੁਐਸਟ ਕਰਦਾ ਸਟੂਡੈਂਟਸ ਨੂੰ, ਰਿਫੰਡ ਪਾਲਿਸੀਜ਼ ਜਿਹੜੀਆਂ ਨੇ ਉਹ ਜ਼ਰੂਰ ਪੜ੍ਹੋ। ਆਪਣੇ ਕਾਲਜਸ ਦੇ ਵੱਲੋਂ ਜਿਹੜੀਆਂ ਵੀ ਤੁਸੀਂ ਇੰਸਟੀਟਿਊਸ਼ਨ ਵਿੱਚ ਅਪਲਾਈ ਕੀਤਾ ਹੋਇਆ ਹੈ, ਬਹੁਤ ਜ਼ਰੂਰੀ ਚੀਜ਼ ਹੈਗੀ ਹੈ ਕਿ ਤੁਹਾਨੂੰ ਕੋਈ ਵੀ ਲਾਸ ਨਾ ਹੋਵੇ ਬਿਲਕੁਲ ਵੀ। ਔਰ ਦੂਸਰੀ ਚੀਜ਼ ਕਿ ਜੇ ਤੁਸੀਂ ਉਹ ਰਿਫੰਡ ਪਾਲਿਸੀ ਤੁਹਾਨੂੰ ਕਾਲਜ, ਕੋਈ ਸ਼ਾਇਦ ਇਦਾਂ ਦੇ ਕਾਲਜਸ ਵੀ ਹੈਗੇ ਨੇ ਜਿਹੜੇ 100% ਤੁਹਾਨੂੰ ਰਿਫੰਡ ਵੀ ਕਰਨ ਨੂੰ ਰੈਡੀ ਹੈਗੇ ਆ ਵਿਦਆਊਟ ਡਿਡਕਟਿੰਗ ਐਨੀਥਿੰਗ ਫਰੋਮ ਯੋਰ ਐਨੂਅਲ ਫੀ ਜਿਹੜੀ ਤੁਸੀਂ ਭਰੀ ਹੋਈ ਹੈ ਉਹਨਾਂ ਨੂੰ, ਜਾਂ ਜਿਹੜਾ ਵੀ ਅਮਾਉਂਟ ਤੁਸੀਂ ਉਹਨਾਂ ਨੂੰ ਦਿੱਤਾ ਹੋਇਆ, ਉਹਦੇ ਵਿੱਚ ਇਦਾਂ ਦੇ ਕਾਲਜਸ ਵੀ ਹੈਗੇ ਨੇ ਜਿਹੜੇ ਕਿ 100% ਤੁਹਾਨੂੰ ਜਿਹੜਾ ਰਿਫੰਡ ਦੇਣ ਨੂੰ ਰੈਡੀ ਹੈਗੇ ਨੇ। ਸਿਰਫ ਜਿਹੜੇ ਉਹਨਾਂ ਦੇ ਕੋਈ ਰਜਿਸਟ੍ਰੇਸ਼ਨ ਚਾਰजेस ਹੋਣਗੇ ਬਸ ਉਹੀ ਡਿਡਕਟ ਹੋਣਗੇ, ਅਪਾਰਟ ਫਰੋਮ ਇਟ ਕੋਈ ਵੀ ਚਾਰजेस ਨਹੀਂ ਹੈਗੇ। ਬਟ ਅਪਾਰਟ ਫਰੋਮ ਇਟ ਇਦਾਂ ਦੇ ਕਾਲਜਸ ਵੀ ਹੈਗੇ ਨੇ ਜਿਹੜੇ ਕਿ ਕੁਝ ਪਰਸੈਂਟੇਜ ਡਿਡਕਟ ਕਰਨ ਵਾਲੇ ਹੈਗੇ ਨੇ। ਇਹ ਤੁਸੀਂ ਜ਼ਿਆਦਾ ਬਿਹਤਰ ਆਪਣੇ ਕਿਸੇ ਵੀ ਏਜੰਟ ਜਾਂ ਕੰਸਲਟੈਂਟ ਤੋਂ ਇਹਦੀ ਜਾਣਕਾਰੀ ਲੈ ਸਕਦੇ ਹੋ। ਇਹ ਜ਼ਰੂਰੀ ਚੀਜ਼ ਹੈਗੀ ਹੈ ਕਿ ਤੁਹਾਨੂੰ ਕੋਈ ਵੀ ਫਾਈਨੈਂਸ਼ੀਅਲ ਲਾਸ ਨਾ ਹੋਵੇ। ਔਰ ਦੂਸਰੀ ਚੀਜ਼ ਜਿਹੜੀ ਹੈਗੀ ਹੈ ਕਿ ਮੈਂ ਉਹੀ ਸਿਨੈਰੀਓ ਦੀ ਗੱਲ ਕੀਤੀ ਸੀ ਕਿ ਆਪਾਂ ਦੇਖਿਆ ਇਹ ਸਮੇਂ ਦੌਰਾਨ ਕਿ ਬਹੁਤ ਚੀਜ਼ਾਂ ਹੋਈਆਂ ਹੈਗੀਆਂ ਨੇ, ਬਟ ਪਤਾ ਨਹੀਂ ਕਿਹਦੀ ਗਲਤੀ ਸੀ ਜਾਂ ਕਿਉਂ ਹੋ ਰਹੀਆਂ ਇਹ ਚੀਜ਼ਾਂ। ਬਟ ਆਫਟਰ ਆਲ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਕੈਨੇਡੀਅਨ ਗਵਰਨਮੈਂਟ ਨੂੰ ਰਿਕੁਐਸਟ ਕਰਨਾ ਚਾਹੀਦਾ, ਉਹਨਾਂ ਨੂੰ ਕੰਡੈਮ ਨਹੀਂ ਕਰਨਾ ਚਾਹੀਦਾ। ਕਿਉਂਕਿ ਜੇ ਆਪਾਂ ਪਿਛਲੇ ਸਮੇਂ ਦੌਰਾਨ ਦੇਖੀਏ ਤਾਂ ਸਾਡੇ ਪੰਜਾਬ ਦੀ ਮੈਂ ਜੇ ਗੱਲ ਕਰਾਂ, ਸਿਰਫ ਪੰਜਾਬ ਦੀ, ਪੰਜਾਬ ਤੋਂ ਬਹੁਤ ਸਾਰੇ ਸਟੂਡੈਂਟਸ ਨੂੰ ਜਾਂ ਹੋਰ ਬਹੁਤ ਕੈਟੇਗਰੀਜ਼ ਹੈਗੀਆਂ, ਈਵਨ ਦੋ ਕਿ ਰਿਫਿਊਜੀਜ਼ ਨੂੰ, ਜਿਹੜਾ ਕੈਨੇਡਾ ਨੇ ਹਮੇਸ਼ਾ ਹੀ ਖੁੱਲੇ ਹੱਥਾਂ ਨਾਲ ਸਵਾਗਤ ਕੀਤਾ ਹੈ ਆਪਣੇ ਪੰਜਾਬੀਆਂ ਦਾ। ਔਰ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਜਿਹੜਾ ਕੈਨੇਡੀਅਨ ਗਵਰਨਮੈਂਟ ਨੂੰ ਕੰਡੈਮ ਕਰਨਾ ਚਾਹੀਦਾ ਹੈ, ਉਹਨਾਂ ਨੂੰ ਬਿਲਕੁਲ ਪੁਆਇੰਟ ਆਊਟ ਕਰਨੀ ਚਾਹੀਦੀ ਹੈ ਚੀਜ਼। ਕਿਤੇ ਨਾ ਕਿਤੇ ਤਾਂ ਕੋਈ ਗਲਤੀ ਸੀਗੀ ਕਿ ਜੋ ਇਹ ਚੀਜ਼ ਇੰਨਾ ਲੰਬਾ ਚਲਿਆ ਗਿਆ, ਉੱਤੋਂ ਪੈਂਡੈਮਿਕ ਦਾ ਦੌਰ ਹੈਗਾ ਤੁਹਾਨੂੰ ਪਤਾ, ਉਹਦੇ ਕਰਕੇ ਵੀ ਸਾਰੀਆਂ ਚੀਜ਼ਾਂ ਸਲੋ ਹੈਗੀਆਂ ਨੇ। ਬਟ ਫਿਰ ਵੀ ਮੈਂ ਸਟੂਡੈਂਟਸ ਦੇ ਪੱਖ ਤੋਂ ਵੀ ਇਹ ਕਹਿਣਾ ਹੈ ਕਿ ਸਟੂਡੈਂਟਸ ਦੀ ਵੀ ਕੋਈ ਗਲਤੀ ਨਹੀਂ ਹੈਗੀ, ਕਿਉਂਕਿ ਉਹਨਾਂ ਦਾ ਵੀ ਫਿਊਚਰ ਇਹਦੇ ਉੱਤੇ ਟਿਕਿਆ ਹੋਇਆ ਹੈ। 6-6 8-8 ਮਹੀਨੇ ਤੋਂ ਸਟੂਡੈਂਟਸ ਜਾਂ ਮੇਬੀ ਉਸ ਤੋਂ ਵੀ ਜ਼ਿਆਦਾ ਜਿਹੜਾ ਵੇਟ ਕਰ ਰਹੇ ਹੈਗੇ ਨੇ। ਇਹ ਵੀ ਚੀਜ਼ ਬਿਲਕੁਲ ਸਹੀ ਨਹੀਂ ਹੈਗੀ, ਬਟ ਫਿਰ ਵੀ ਹਰ ਪੱਖ ਤੋਂ ਸੋਚਣਾ ਚਾਹੀਦਾ ਹੈ, ਬਿਲਕੁਲ ਕਿਸੇ ਨੂੰ ਕੰਡੈਮ ਵੀ ਨਹੀਂ ਕਰਨਾ ਚਾਹੀਦਾ। ਕਿਉਂਕਿ ਜੇ ਆਪਾਂ ਦੇਖੀਏ ਤਾਂ ਜੇ ਕੈਨੇਡਾ ਅੱਜ ਦਰਵਾਜ਼ੇ ਬੰਦ ਕਰ ਦੇਵੇ ਸਟੂਡੈਂਟਸ ਲਈ, ਤਾਂ ਆਪਾਂ ਆਪਣਾ ਫਿਊਚਰ ਦੇਖ ਸਕਦੇ ਕਿ ਆਪਾਂ ਕਿੱਥੇ ਹੋਵਾਂਗੇ। ਸੋ ਪਰਸਨਲੀ ਮੈਂ ਇਹ ਵੀ ਸੁਜੈਸਟ ਕਰਦਾ ਹਾਂ ਕਿ ਪਲੀਜ਼ ਇਹ ਵੀ ਚੀਜ਼ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਹੈਗੀ। ਬਟ ਸਟੂਡੈਂਟਸ ਦੇ ਪੱਖ ਤੋਂ ਇਹ ਚੀਜ਼ ਕਿਤੇ ਨਾ ਕਿਤੇ ਉਹਨਾਂ ਦੇ ਫਿਊਚਰ ਨਾਲ ਇਹ ਚੀਜ਼ ਸਹੀ ਵੀ ਨਹੀਂ ਹੋ ਰਹੀ। ਔਰ ਮੈਂ ਤੇ ਚਾਹੁੰਦਾ ਕਿ ਮੈਂ ਤੇ ਸਿਰਫ ਅਰਦਾਸ ਕਰ ਸਕਦਾ, ਜੋ ਕਿ ਸਾਰੇ ਕਰ ਹੀ ਰਹੇ ਹੈਗੇ ਨੇ, ਕਿ ਜਲਦੀ ਤੋਂ ਜਲਦੀ ਇਹ ਚੀਜ਼ ਸੌਰਟ ਹੋ ਜਾਵੇ ਔਰ ਰਿਜ਼ਲਟਸ ਜਿਹੜੇ ਨੇ ਉਹ ਬਾਹਰ ਆਉਣ। ਔਰ ਰਿਜ਼ਲਟਸ ਦੀ ਫਾਈਨਲੀ ਮੈਂ ਗੱਲ ਕਰੂੰਗਾ ਕਿ ਮੈਨੂੰ ਲੱਗਦਾ ਹੈ ਕਿ 2nd ਵੀਕ ਆਫ ਮਈ ਤੱਕ ਤੁਹਾਨੂੰ ਜੇ ਹੋ ਸਕਦਾ ਹੈ, ਮੈਂ ਸਿਰਫ ਇੱਕ ਆਪਣਾ ਪਰਸਨਲ ਤੁਹਾਨੂੰ ਸੁਜੈਸ਼ਨ ਦੇ ਰਿਹਾ, ਕੋਈ ਆਫੀਸ਼ੀਅਲ ਚੀਜ਼ ਨਹੀਂ ਹੈਗੀ ਹੈ, ਕਿ ਜੇ ਹੋ ਸਕਦਾ ਹੈ, ਜੇ ਵੇਟ ਕਰ ਸਕਦੇ ਹੋ ਤਾਂ ਸਿਰਫ 2nd ਵੀਕ ਆਫ ਮਈ ਤੱਕ ਤੁਹਾਨੂੰ ਜਿਹੜਾ ਰਿਜ਼ਲਟਸ ਲਈ ਵੇਟ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਜੋ ਵੀ ਤੁਸੀਂ ਡਿਸਾਈਡ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਹੋ, ਜਾਂ ਜੇ ਤੁਸੀਂ ਆਪਣਾ ਆਈਡੀਆ ਹੈਗਾ ਸਪੋਜ਼ ਜਿੱਥੇ ਤੁਸੀਂ ਅਪਲਾਈ ਕੀਤਾ ਉਹਨੂੰ ਵਿਡਰਾਅ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਹੋਰ ਮਲਟੀਪਲ ਜਿਹੜੇ ਰਸਤੇ ਹੈਗੇ ਨੇ ਉਹ ਖੁੱਲੇ ਹੈਗੇ ਨੇ। ਸਿਰਫ ਇਹੀ ਰਸਤਾ ਨਹੀਂ ਹੈਗਾ ਕਿ ਸਿਰਫ ਤੁਸੀਂ ਕਿਊਬੈਕ ਦੇ ਵਿੱਚ ਅਪਲਾਈ ਕੀਤਾ ਹੈ। ਅਪਾਰਟ ਫਰੋਮ ਇਟ ਇਹੀ 10 ਇੰਸਟੀਟਿਊਸ਼ਨਸ ਦਾ ਹੀ ਰੌਲਾ ਹੈਗਾ ਹੈ। ਬਾਕੀ ਹੋਰ ਕਾਲਜਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਤੇ ਰਿਜ਼ਲਟਸ ਰੈਗੂਲਰ ਬੇਸਿਸ ਤੇ ਆਊਟ ਹੋ ਹੀ ਰਹੇ ਨੇ। ਔਰ ਫਿਰ ਤੋਂ ਇਹ ਚੀਜ਼ਾਂ ਬਾਰੇ ਜ਼ਰੂਰ ਗੌਰ ਕਰਿਓ, ਜ਼ਰੂਰ ਸੋਚਿਓ, ਹਰ ਚੀਜ਼ ਸੋਚ ਸਮਝ ਕੇ ਫਿਰ ਹੀ ਤੁਸੀਂ ਡਿਸਾਈਡ ਕਰਨਾ ਹੈਗਾ ਹੈ, ਕਿਉਂਕਿ ਸਟੂਡੈਂਟਸ ਇਹ ਤੁਹਾਡੇ ਫਿਊਚਰ ਦਾ ਮਾਮਲਾ ਹੈਗਾ ਹੈ, ਇਹ ਤੁਹਾਡੇ ਫਿਊਚਰ ਨਾਲ ਜੁੜੀ ਹੋਈ ਚੀਜ਼ ਹੈਗੀ ਹੈ। ਤੁਸੀਂ ਇੱਥੋਂ ਹੀ ਇੱਕ ਟਰਨਿੰਗ ਪੁਆਇੰਟ ਹੁੰਦਾ ਹੈ, ਆਪਣੀ ਲਾਈਫ ਤੁਸੀਂ ਬਦਲਣੀ ਹੈਗੀ ਹੈ। ਔਰ ਪੇਰੈਂਟਸ ਨੂੰ ਤੁਹਾਡਿਆਂ ਨੂੰ ਬਹੁਤ ਉਮੀਦਾਂ ਹੈਗੀਆਂ ਨੇ ਤੁਹਾਡੇ ਉੱਤੋਂ, ਔਰ ਪਲੀਜ਼ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰੋ, ਬਿਲਕੁਲ ਕੋਈ ਗਲਤ ਸਟੈਪ ਨਾ ਚੁੱਕੋ। ਮੈਂ ਪਿੱਛੇ ਜੇ 2-4 ਨਿਊਜ਼ ਸੁਣੀਆਂ ਸੀਗੀਆਂ, ਮੈਂ ਉਹਦੇ ਸਪੈਸ਼ਲੀ ਉਹਦੇ ਅਗੇਂਸਟ ਵੀਡੀਓ ਵੀ ਡ੍ਰੌਪ ਕੀਤੀ ਸੀਗੀ ਇੱਥੇ, ਔਰ ਬੜਾ ਦੁੱਖ ਹੋਇਆ ਸੀ ਉਹ ਚੀਜ਼ਾਂ ਸੁਣ ਕੇ। ਮੈਂ ਸਾਰੀਆਂ ਚੀਜ਼ਾਂ ਤੁਹਾਨੂੰ ਡਿਸਕ੍ਰਾਈਬ ਕਰ ਦਿੱਤੀਆਂ ਹੈਗੀਆਂ। ਜੇ ਤੁਸੀਂ ਕਿਸੇ ਕਾਲਜ ਨੂੰ ਲੈ ਕੇ ਉਹਨਾਂ ਦੀ ਰਿਫੰਡ ਪਾਲਿਸੀ ਨੂੰ ਲੈ ਕੇ ਕੁਝ ਪੁੱਛਣਾ ਚਾਹੁੰਦੇ ਹੋ, ਸਾਡੀ ਟੀਮ ਨਾਲ
24/7 ਐਨੀ ਟਾਈਮ ਜਦੋਂ ਵੀ ਤੁਹਾਨੂੰ ਲੱਗਦਾ ਹੈ ਵਾਜਬ ਤੁਹਾਡਾ ਟਾਈਮ ਹੈਗਾ, ਤੁਸੀਂ ਸਾਡੀ ਟੀਮ ਨੂੰ ਸੰਪਰਕ ਕਰਕੇ ਉਹਦੀਆਂ ਰਿਫੰਡ ਪਾਲਿਸੀਜ਼ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ। ਧੰਨਵਾਦ।